ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਕਰਾਂਗੇ, ਪਾਤਸ਼ਾਹ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤੀ ਨਾ ਹੋਏ। हे ਪਰਮੇਸ਼ਰ ਸਾਹਿਬ ਸਤਿਗੁਰੂ ਜੀ, ਸਭ ਗੁਣ ਤੇਰੇ ਹਨ, ਤੂੰ ਸਾਹਿਬ ਹੈ, ਗੁਣੀ ਨਿਧਾਨਾ ਹੈ। ਤੂੰ ਹੀ ਮੇਰਾ ਸਾਹਿਬ ਹੈ, ਗੁਣੀ ਗਹੀਰਾ ਹੈ। ਆਮ ਜੋ ਜੀਵ ਹੈ, ਜੋ ਧਰਮ ਕਰਮ ਕਰਦਾ ਹੈ, ਉਹ ਆਖਦਾ ਹੈ ਕਿ ਮੈਂ ਤਾਂ ਪੁੰਨੀ ਹਾਂ, ਭਾਵ ਪੁੰਨਾਂ ਵਾਲਾ ਹਾਂ। ਮੇਰੀ ਬੜੀ ਕਮਾਈ ਹੈ, ਮੈਂ ਇੰਨਾ ਨਾਮ ਜਪਦਾ ਹਾਂ, ਇੰਨਾ ਪਾਠ ਕਰਦਾ ਹਾਂ। ਪਰ ਜਿਹੜੇ ਗੁਰਮੁਖ ਨੇ, ਜੋ ਆਪਣੇ ਆਪ ਨੂੰ ਨਿਰਗੁਣਿਆਰਾ ਸਮਝਦੇ ਹਨ, ਥੋੜੀ ਮੱਤ ਵਾਲਾ ਮੰਨਦੇ ਹਨ, ਪਾਤਸ਼ਾਹ ਵੀ ਆਖਦੇ ਹਨ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਏ। ਸੋ ਉਹਨਾਂ ਦਾ ਮੰਨਣਾ ਹੈ ਕਿ हे ਪਰਮੇਸ਼ਰ ਜੀ, ਤੇਰੇ ਗੁਣਾਂ ਦਾ ਵਿਰੋਧ ਕੀਤਾ ਤੇ ਤਾਂ ਹੀ ਤਾਂ ਮੈਂ ਇਸ ਭਵ ਸਾਗਰ ਵਿੱਚ ਆਇਆ। ਤੂੰ ਤਾਂ ਸਭ ਨੂੰ ਪ੍ਰੇਮ ਭਰੀ ਦ੍ਰਿਸ਼ਟੀ ਦੇ ਨਾਲ ਹੀ ਵੇਖਦਾ, ਸਿਰਫ ਮੇਰੀ ਦ੍ਰਿਸ਼ਟੀ ਦੇ ਵਿੱਚ ਭਰਮ ਪੈਦਾ ਹੋ ਗਿਆ। ਭਰਮ ਦਾ ਸੂਤਕ ਪੈਦਾ ਹੋ ਗਿਆ, ਬੁੱਧੀ ਦੇ ਅੰਦਰ ਭਰਮ ਦਾ ਜਾਲਾ ਪੈਦਾ ਹੋ ਗਿਆ। ਮੈਨੂੰ ਤੇਰਾ ਪ੍ਰੇਮ ਵਾਲਾ ਜਿਹੜਾ ਗੁਣ ਸੀ, ਦ੍ਰਿਸ਼ਟੀ ਸੀ, ਉਹ ਚੰਗੀ ਨਹੀਂ ਲੱਗੀ। ਕਿਉਂ ਨਹੀਂ ਚੰਗੀ ਲੱਗੀ? ਕਿਉਂਕਿ ਮਨ ਦੇ ਅੰਦਰ ਲੋਭ ਪੈਦਾ ਹੋ ਗਿਆ। ਕਿ ਮੈਂ ਹੀ ਸ੍ਰੇਸ਼ਟ ਹਾਂ, ਮੈਂ ਹੀ ਬਹੁਤ ਚੰਗਾ ਹਾਂ, ਮੈਂ ਬਹੁਤ ਕੁਝ ਕਰ ਸਕਦਾ ਹਾਂ। ਉਸ ਭਰਮ ਦੇ ਕਾਰਨ ਹੀ ਇੱਕ ਤੋਂ ਦੋ ਹੋ ਗਿਆ। ਜਦੋਂ ਸਾਡੀ ਪ੍ਰਾਤਮਾ ਸੱਚਖੰਡ ਵਿੱਚ, ਜਦੋਂ ਇਸ ਦੇ ਅੰਦਰ ਮਾਇਆ ਦੀ ਇੱਛਾ ਪੈਦਾ ਹੋਈ, ਉਹ ਇੱਛਾ ਕਰਕੇ ਪ੍ਰਾਤਮਾ ਤੋਂ ਆਤਮਾ ਬਣੀ। ਉਹ ਆਤਮਾ ਨੂੰ, ਕਿਉਂਕਿ ਇੱਛਾ ਮਾਇਆ ਦੀ ਕੀਤੀ, ਫਿਰ ਮਾਇਆ ਦਾ ਸਰੀਰ ਮਿਲ ਗਿਆ। ਉਨੇ ਕੁ ਭਰਮ ਦਾ ਕਾਰਨ, ਉਨੀ ਕੁ ਗਲਤੀ ਦੀ ਕਾਰਨ ਇਹ ਸਰੀਰ ਮਿਲਿਆ। ਹੁਣ ਇਸੇ ਸਰੀਰ ਵਿੱਚ ਰਹਿੰਦਿਆਂ ਉਹ ਗਲਤੀ ਸੁਧਾਰ ਕੇ ਜਾਣੀ ਹੈ ਕਿ ਮੈਂ ਇਹ ਸਰੀਰ ਨਹੀਂ, ਮੈਂ ਜੋਤ ਹਾਂ, ਮੈਂ ਆਤਮਾ। ਪਹਿਲਾਂ ਆਤਮਾ ਨੂੰ ਜਾਣਨਾ, ਆਤਮਾ ਨੇ ਆਤਮ ਨੂੰ ਜਾਣਨਾ। ਇਸ ਤਨ ਦੇ ਵਿੱਚੋਂ ਮਨ ਖੋਜਣਾ, ਮਨ ਦੇ ਵਿੱਚ ਉਹ ਆਪ ਹੈ। ਪਹਿਲਾਂ ਇੱਕ ਸੀ, ਇੱਕ ਤੋਂ ਦੋ ਹੋਇਆ।
ਤੇ ਸੱਚਖੰਡ ਦੇ ਅੰਦਰ ਜਿਹੜਾ ਇੱਕ ਤੋਂ ਦੋ ਹੋ ਜਾਂਦਾ ਹੈ, ਉਹਨੂੰ ਹੰਕਾਰੀ ਮੰਨਦੇ। ਤੇ ਸੱਚਖੰਡ ਦੇ ਅੰਦਰ ਉਹੀ ਜੋਤ ਰਹਿ ਸਕਦੀ ਹੈ ਜਿਹੜੀ ਸਾਬਤ ਹੈ, ਸਲਾਮਤ ਹੈ, ਨਿਰੰਕਾਰ ਹੈ, ਆਕਾਰ ਵਾਲਾ ਨਹੀਂ ਰਹਿ ਸਕਦਾ। ਸੋ ਮੈਂ ਇੱਕ ਤੋਂ ਦੋ ਹੋਇਆ ਕਾਹਦੇ ਨਾਲ? ਹੰਕਾਰ ਨਾਲ। ਚਾਹੇ ਹੰਕਾਰ ਕਹਿ ਲਓ, ਭਰਮ ਕਹਿ ਲਓ, ਦੁਬਿਧਾ ਕਹਿ ਲਓ, ਦੁਚਿੱਤੀ ਕਹਿ ਦਿਓ, ਲੋਭ ਕਹਿ ਦਿਓ, ਖੋਟਾ ਕਹਿ ਦਿਓ। ਸੋ ਭਵ ਸਾਗਰ ਵਿੱਚੋਂ ਆ ਗਿਆ। ਇਹ ਜਿਹੜਾ ਭਵ ਸਾਗਰ ਹੈ ਇਹ ਵੀ ਸੱਚਖੰਡ ਤੋਂ ਬਾਹਰ ਨਹੀਂ ਹੈ, ਸੁਖ ਸਾਗਰ ਤੋਂ ਬਾਹਰ ਨਹੀਂ ਹੈ, ਉਹਦੇ ਅੰਦਰ ਹੀ ਹੈ। ਜਿਵੇਂ ਸਾਡੇ ਸਰੀਰ ਦੇ ਅੰਦਰ ਹੀ ਬਿਮਾਰੀ ਹੁੰਦੀ ਹੈ, ਸਰੀਰ ਤੋਂ ਬਾਹਰ ਥੋੜ੍ਹਾ ਹੁੰਦੀ। ਉਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਆਤਮਾ ਹੈ ਉਹ ਵੀ ਪ੍ਰਾਤਮਾ ਦੇ ਵਿੱਚ ਹੀ ਹੈ। ਪ੍ਰਾਤਮਾ ਨੂੰ ਥੋੜੀ ਜਿਹੀ ਬਿਮਾਰੀ ਲੱਗੀ, ਪ੍ਰਾਤਮਾ ਨੂੰ ਬਿਮਾਰੀ ਹੈ ਜਿਹੜੀ, ਉਹ ਆਤਮਾ ਹੈ। ਉਸ ਪ੍ਰਾਤਮਾ ਨੇ ਆਪਣਾ ਇਲਾਜ ਕਰਨਾ, ਆਪਣੀ ਬਿਮਾਰੀ ਦੂਰ ਕਰਨੀ। ਬਸ ਜਦੋਂ ਬਿਮਾਰੀ ਠੀਕ ਹੈ, ਤੰਦਰੁਸਤ ਹੈ। ਸੋ ਭਵ ਸਾਗਰ ਹੈ ਜਿਹੜਾ, ਉਹ ਸੁਖ ਸਾਗਰ ਦੇ ਅੰਦਰ ਹੀ ਹੈ। ਸੋ ਜਦੋਂ ਕਿਸੇ ਗੁਰਮੁਖ ਨਾਲ ਮਿਲਾਪ ਹੋਇਆ, ਫਿਰ ਸੋਝੀ ਹੋਈ, ਪਤਾ ਲੱਗਿਆ ਕਿ ਮੈਂ ਤਾਂ ਸੱਚ ਸਰੂਪ ਹਾਂ। ਫਿਰ ਮੈਂ ਗਲਤੀ ਕਿਉਂ ਕਰ ਬੈਠਿਆ? ਫਿਰ ਜਿਹੜੇ ਆਪਣੀ ਗਲਤੀ ਕੀਤੀ, ਜਿਹੜੇ ਅੰਦਰ ਔਗਣ ਪੈਦਾ ਹੋਏ, ਫਿਰ ਉਹਨਾਂ ਔਗਣਾਂ ਨੂੰ ਦੂਰ ਕਰਨ ਬਾਰੇ ਫਿਰ ਇਹਨੇ ਕੁਛ ਨਾ ਕੁਛ ਉਦਮ ਸ਼ੁਰੂ ਕੀਤਾ। ਕਿ ਇਹ ਔਗਣ ਕਿਵੇਂ ਦੂਰ ਹੋਣ? ਜਦੋਂ ਹਿਰਦੇ 'ਚ ਝਾਤੀ ਮਾਰੀ ਵੀ ਮੇਰੇ ਕੋਲ ਤਾਂ ਔਗਣ ਹੀ ਔਗਣ ਹਨ। ਫਿਰ ਹਿਰਦੇ ਦੇ ਅੰਦਰ ਜਿਹੜਾ ਸਤਿਗੁਰ ਬੈਠਾ ਹੈ, ਉਹ ਸੋਝੀ ਕਰਾਉਂਦਾ, ਉਹਦੇ ਬਾਰੇ ਪਤਾ ਲੱਗਦਾ ਵੀ ਇਹ ਤਾਂ ਸਾਰਿਆਂ ਦਾ ਭਲਾ ਚਾਹੁੰਦਾ ਤੇ ਮੈਂ ਸਾਰਿਆਂ ਦਾ ਬੁਰਾ ਚਾਹੁੰਦਾ। ਮੇਰੇ ਹੀ ਹਿਰਦੇ ਵਿੱਚ ਬੈਠਾ ਹੈ, ਮੇਰੇ ਅੰਦਰੋਂ ਹੀ ਦੋ ਆਵਾਜ਼ਾਂ ਕਿਉਂ ਆਉਂਦੀਆਂ ਨੇ ਵੀ ਮੈਂ ਕਿਸੇ ਦਾ ਭਲਾ ਵੀ ਕਰਨਾ ਚਾਹੁੰਦਾ, ਮੈਂ ਹੀ ਕਿਸੇ ਦਾ ਬੁਰਾ ਕਰਨਾ ਚਾਹੁੰਦਾ। ਵੀ ਇਹ ਗੱਲ ਕਿੱਧਰ ਨੂੰ ਜਾਂਦੀ? ਕਿਸੇ ਗੁਰਮੁਖ ਨੇ ਸਮਝਾਇਆ ਵੀ ਤੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਦੇਖ ਵੀ ਤੇਰੇ ਅੰਦਰ ਇਹ ਗੱਲ ਕਿਉਂ ਆਉਂਦੀ। ਤੂੰ ਕਿਸੇ ਇੱਕ ਗੱਲ ਤੇ ਫੈਸਲਾ ਕਿਉਂ ਨਹੀਂ ਕਰਦਾ? ਜਦ ਤੈਨੂੰ ਪਤਾ ਹੈ ਵੀ ਚੰਗੇ ਆਦਮੀ ਦੀ ਇੱਜ਼ਤ ਹੁੰਦੀ ਹੈ, ਤਾਂ ਫਿਰ ਤੂੰ ਚੰਗਾ ਕਿਉਂ ਨਹੀਂ ਬਣਦਾ? ਤੂੰ ਆਪਣੀ ਇੱਜ਼ਤ ਨਹੀਂ ਚਾਹੁੰਦਾ? ਸੋ ਜਿਹੜਾ ਸਾਡਾ ਸਤਿਗੁਰ ਹੈ ਉਹ ਤਾਂ ਸਭ ਨੂੰ ਆਪਣੇ ਸਮਝਦਾ, ਤੇ ਸਤਿਗੁਰ ਦੇ ਅੰਦਰ ਜਦੋਂ ਮਾਇਆ ਦੀ ਭੁੱਖ ਪੈਦਾ ਹੁੰਦੀ ਹੈ, ਉਹ ਫਿਰ ਦੂਜਿਆਂ ਨੂੰ ਬੇਗਾਨੇ ਸਮਝਣ ਲੱਗ ਜਾਂਦਾ। ਤੇ ਉਹ ਜਿਹੜੇ ਦੂਜੇ ਨੇ, ਮਾਇਆਧਾਰੀ ਨੇ, ਉਹਨਾਂ ਵਿੱਚੋਂ ਉਹਨੂੰ ਸੁੱਖ ਲੱਗਦਾ, ਸੁੱਖ ਦੇ ਵਿੱਚੋਂ ਫਿਰ ਰੋਗ ਇਕੱਠੇ ਕਰਦਾ, ਦੁੱਖ ਇਕੱਠੇ ਕਰਦਾ, ਔਗਣ ਇਕੱਠੇ ਕਰਦਾ। ਸੋ ਇਸ ਗੱਲ ਦਾ ਪਾਤਸ਼ਾਹ ਕਹਿੰਦੇ ਇੱਕੋ ਹੀ ਇਲਾਜ ਹੈ ਕਿ ਆਪਣੀ ਮਰਜ਼ੀ ਛੱਡ ਦੇ, ਹੋਰ ਕੋਈ ਇਲਾਜ ਨਹੀਂ ਹੈ। ਆਪਣੀ ਮਰਜ਼ੀ ਛੱਡ, ਭਾਣੇ ਵਿੱਚ ਆ ਜਾ। ਸਾਰਾ ਕੁਝ ਆਪਣੀ ਅੰਤਰਾਤਮਾ ਤੇ ਛੱਡ, ਆਪਣੇ ਮੂਲ ਤੇ ਛੱਡ ਦੇ। ਜਿੱਦਣ ਤੂੰ ਆਪਣੇ ਮੂਲ ਤੇ ਛੱਡਦਾ, ਉਹਨੇ ਉਸੇ ਦਿਨ ਇੱਕ ਬਣ ਜਾਣਾ। ਜਿਹੜਾ ਇੱਕ ਹੈ ਉਹ ਸਾਬਤ ਸੂਰਤ ਹੈ, ਉਹ ਸਲਾਮਤ ਹੈ, ਉਹ ਨਿਰੰਕਾਰ ਹੈ, ਉਹਦੇ ਦਾ ਸਾਰਾ ਕੁਝ ਵਸ 'ਚ ਹੈ। ਇੱਕ ਤੋਂ ਬਾਹਰ ਤਾਂ ਕੁਝ ਹੈ ਹੀ ਨਹੀਂ। ਸਾਰੀ ਸ੍ਰਿਸ਼ਟੀ ਇੱਕ ਦੇ ਹੱਥ 'ਚ ਹੈ। ਫਿਰ ਤੂੰ ਵੀ ਉਹਨਾਂ ਦੇ ਜਿਹੜੇ ਇੱਕ ਜੋਤਾਂ ਨੇ, ਸੰਪੂਰਨ ਨੇ, ਉਹਨਾਂ ਦੇ ਵਿੱਚ ਤੂੰ ਵੀ ਸ਼ਾਮਲ ਹੋ ਜਾਏਗਾ।
ਤਾਂ ਪਾਤਸ਼ਾਹ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ। ਇੱਕ ਤਾਂ ਕਹਿੰਦੇ ਆ ਸੁਣ ਸੁਣਾ ਕੇ ਵੀ ਸਾਰੇ ਉਹਦੇ ਵਿੱਚ ਹੀ ਗੁਣ ਨੇ। ਇੱਕ ਨੇ ਜਿਹੜੇ ਖੁਦ ਵੇਖ ਕੇ ਕਹਿੰਦੇ ਆ। ਵੇਖ ਕੇ ਕਹਿਣਾ ਤੇ ਸੁਣ ਕੇ ਕਹਿਣਾ 'ਚ ਬਹੁਤ ਫਰਕ ਹੈ। ਸੁਣ ਵੱਡਾ ਆਖੈ ਸਭ ਕੋਏ, ਤਾਂ ਸਾਰਾ ਸੰਸਾਰ ਹੀ ਕਹਿੰਦਾ ਕਿ ਰੱਬ ਬਹੁਤ ਵੱਡਾ ਹੈ ਜੀ, ਉਹ ਕੁਛ ਵੀ ਕਰ ਸਕਦਾ ਹੈ, ਰੱਬ ਦੇ ਹੱਥ ਵੱਸ ਹੀ ਹੈ ਸਾਰਾ ਕੁਛ, ਬੰਦੇ ਦੇ ਹੱਥ ਵੱਸ ਕੁਛ ਨਹੀਂ। ਪਰ ਬੰਦਾ ਮੰਨਦਾ ਫਿਰ ਵੀ ਨਹੀਂ, ਇਹ ਕਹਿੰਦਾ ਜ਼ਰੂਰ ਹੈ। ਇਹ ਪਾਤਸ਼ਾਹ ਕਹਿੰਦੇ ਉਹ ਗੱਲ ਹੈ ਵੀ ਜਿਨ ਮਨ ਹੋਰ ਮੁੱਖ ਹੋਰ, ਅੰਦਰ ਕੋਈ ਹੋਰ ਬਿਰਤੀ ਹੈ ਤੇ ਜਦੋਂ ਬਾਹਰਲੀ ਬਿਰਤੀ ਹੈ ਉਹ ਹੋਰ ਹੈ। ਸੇ ਕਾਂਡੇ ਕੱਚੇ ਆ, ਪਾਤਸ਼ਾਹ ਕਹਿੰਦੇ ਸੱਚੇ ਦੇ ਦਰਬਾਰ ਵਿੱਚ ਉਹ ਕੱਚੇ ਨੇ। ਇਸ ਸੰਸਾਰ ਦੇ ਵਿੱਚ ਜਿਹੜਾ ਮੂੰਹੋਂ ਵਧੀਆ ਗੱਲਾਂ ਕਰਦਾ ਹੈ, ਚੰਗੇ ਉਪਦੇਸ਼ ਦਿੰਦਾ, ਉਹਨੂੰ ਸਤਿਕਾਰ ਕਰਦੇ, ਉਹਦੀ ਜੈ ਜੈਕਾਰ ਕਰਦੇ, ਪਰ ਸੱਚੇ ਦੇ ਦਰਬਾਰ ਦੇ ਵਿੱਚ ਅੰਦਰ ਵੇਖਿਆ ਜਾਂਦਾ ਵੀ ਇਹਦੇ ਅੰਦਰ ਕੀ ਹੈ। ਜਿਹਦੇ ਅੰਦਰ ਸੱਚ ਹੁੰਦਾ ਉਹਦੇ ਮੂੰਹੋਂ ਵੀ ਸੱਚ ਨਿਕਲਦਾ, ਜਿਹਦੇ ਅੰਦਰ ਭਲਾ ਹੁੰਦਾ ਉਹਦੇ ਮੂੰਹੋਂ ਵੀ ਭਲਾ ਹੀ ਨਿਕਲਦਾ, ਔਰ ਉਹਦੇ ਮੂੰਹੋਂ ਕਹਿਣ ਦੇ ਵਿੱਚ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਹਿਸਾਬ ਨਾਲ ਕਹਿ ਰਿਹਾ। ਪਰ ਪਤਾ ਉਹਨੂੰ ਲੱਗਦਾ, ਹਰ ਇੱਕ ਨੂੰ ਉਹ ਵੀ ਨਹੀਂ ਪਤਾ ਲੱਗਦਾ ਕਿ ਜਿਹੜਾ ਖੁਦ ਆਪਣੇ ਹਿਰਦੇ ਜੁੜਿਆ ਹੁੰਦਾ, ਦੂਜਿਆਂ ਨੂੰ ਨਹੀਂ ਪਤਾ ਲੱਗਦਾ। ਤਾਂ ਹੀ ਪਾਤਸ਼ਾਹ ਨੇ ਕਿਹਾ ਸੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਹੁਣ ਦੂਸਰਿਆਂ ਨੂੰ ਤਾਂ ਇਹ ਪਤਾ ਲੱਗਦਾ ਸੀਗਾ ਵੀ ਇਹ ਸੱਚ ਬੋਲਦਾ, ਪੰਡਤ ਜੀ ਜੋ ਬੋਲਦੇ, ਅੱਜ ਜੋ ਬਾਬਾ ਜੀ ਬੋਲਦੇ ਆ ਉਹ ਸੱਚ ਹੀ ਬੋਲਦੇ ਆ। ਸਾਡੇ ਸੰਸਾਰੀ ਲੋਕ ਤਾਂ ਇਹੀ ਕਹਿੰਦੇ ਆ ਵੀ ਸਾਡੇ ਬਾਬਾ ਜੀ ਜੋ ਕਹਿੰਦੇ ਉਹ ਸੱਚ ਕਹਿੰਦੇ। ਉਸ ਵੇਲੇ ਪੰਡਤ ਜੋ ਕਹਿੰਦਾ ਸੀ ਸੱਚ ਕਹਿੰਦਾ ਸੀ। ਪਰ ਹੁਣ ਇਸ ਗੱਲ ਦੀ ਜਿਹੜੀ ਸੱਚਾਈ ਦੀ ਗੱਲ ਹੈ ਤਾਂ ਉਹ ਦੱਸੂ ਜਿਹਦੇ ਹਿਰਦੇ ਦੇ ਵਿੱਚ ਨਿਰਾਕਾਰੀ ਸੱਚ ਹੈ, ਜਿਹਦੇ ਕੋਲ ਅਸਲੀ ਸੱਚ ਹੈ। ਅਸਲੀ ਸੱਚ ਵੀ ਹੈ, ਜਿਵੇਂ ਸੱਚੀ ਬਾਣੀ ਵੀ ਹੈ, ਇਸੇ ਤਰ੍ਹਾਂ ਅਸਲੀ ਸੱਚ ਹੈ। ਤਾਂ ਹੀ ਸੱਚੀ ਬਾਣੀ ਕਿਹਾ। ਜਿਹਦੇ ਹਿਰਦੇ 'ਚ ਸੱਚੀ ਬਾਣੀ ਆ ਉਹਨੂੰ ਪਤਾ ਲੱਗਣਾ ਵੀ ਇਹ ਬਾਹਰਲੇ ਕੱਚੀ ਬਾਣੀ ਕੀ ਹੁੰਦੀ ਹੈ। ਕੱਚੀ ਬਾਣੀ ਤੇ ਪੱਕੀ ਬਾਣੀ ਦਾ ਵੀ ਉਦੋਂ ਪਤਾ ਲੱਗਦਾ। ਸੰਸਾਰੀ ਗੱਲਾਂ ਕਰਨੀਆਂ ਕੱਚੀ ਬਾਣੀ ਨਹੀਂ ਹੈ, ਇਹ ਤਾਂ ਸਾਡਾ ਸੰਸਾਰੀ ਵਿਵਹਾਰ ਹੈ, ਇਹ ਤਾਂ ਅਸੀਂ ਕਰਨਾ ਹੀ ਹੈ। ਇਹ ਤੋਂ ਬਿਨਾਂ ਤਾਂ ਜਿਹੜਾ ਬਾਹਰਲਾ ਸਰੀਰ ਹੈ ਚੱਲੇ ਨਹੀਂ ਸਕਦਾ। ਇਹਦੇ ਲਈ ਲੋੜ ਹੈ, ਉਹ ਸਾਡੇ ਸੰਸਾਰੀ ਵਿਵਹਾਰ ਨੇ। ਉਹ ਜਦੋਂ ਸਾਡਾ ਸਰੀਰ ਸੜਨਾ ਉਹ ਨਾਲ ਹੀ ਰਹਿ ਜਾਣੇ ਇੱਥੇ। ਸਾਡੀ ਆਤਮਾ ਨਾਲ ਉਹ ਕੁਝ ਜਾਣਾ ਜਿਹੜਾ ਆਤਮਾ ਨੇ ਸੱਚ ਮੰਨਿਆ ਹੋਇਆ। ਹੁਣ ਆਤਮਾ ਨੇ ਕੀ ਸੱਚ ਮੰਨਿਆ ਉਹਦੇ ਬਾਰੇ ਗਾਹਾਂ ਪੁੱਛ ਪ੍ਰਤੀਤ ਹੈ। ਉਹਦੇ ਬਾਰੇ ਗੁਰਬਾਣੀ ਕਹਿੰਦੀ ਆ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਮਾਲੇ, ਕਿਉਂਕਿ ਉੱਥੇ ਦਾ ਆਤਮਾ ਨੇ ਜਾਣਾ। ਆਤਮਾ ਦਾ ਹੇਰ ਫੇਰ ਦੇਖਣਾ, ਆਤਮਾ ਦਾ ਸੱਚ ਝੂਠ ਦੇਖਣਾ, ਆਤਮਾ ਦਾ ਪੁੰਨ ਪਾਪ ਦੇਖਣਾ, ਨਾ ਕਿ ਸੰਸਾਰੀ ਦੇਖਿਆ ਜਾਣਾ। ਸੰਸਾਰ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਲੋਕ ਵੀ ਦੇਖੇ ਜਾਂ ਸੁਣੇ ਨੇ ਕਿ ਜਿਹੜੇ ਬਹੁਤ ਹੀ ਵੱਡੇ ਧਾਰਮਿਕ ਲੋਕ ਨੇ, ਜਿਨ੍ਹਾਂ ਨੂੰ ਸਭ ਤੋਂ ਸ੍ਰੇਸ਼ਟ ਧਾਰਮਿਕ ਲੋਕ ਮੰਨਿਆ ਜਾਂਦਾ, ਪਰ ਸੱਚੇ ਦੇ ਦਰਬਾਰ ਵਿੱਚ ਉਹਨਾਂ ਨੂੰ ਅਪਰਾਧੀ ਗਿਣਿਆ ਜਾਂਦਾ। ਬਹੁਤ ਫਰਕ ਹੈ। ਸੋ ਜਦੋਂ ਜੋਤ ਇੱਕ ਹੋ ਜਾਂਦੀ ਹੈ, ਇਹਦਾ ਆਪਣਾ ਹੀ ਸਰੂਪ ਇੱਕ ਹੋ ਜਾਂਦਾ ਹੈ, ਫਿਰ ਇਹਨੂੰ ਪਤਾ ਲੱਗ ਜਾਂਦਾ। ਫਿਰ ਇਹ ਗੱਲ ਕਹਿੰਦਾ ਸਭ ਗੁਣ ਤੇਰੇ ਮੈਂ ਨਾਹੀ ਕੋਈ। ਇਹ ਆਪਣੇ ਮੂਲ ਨੂੰ ਕਹਿੰਦਾ ਕਿ ਸਾਰੇ ਗੁਣ ਤਾਂ ਤੇਰੇ ਕੋਲ ਹੀ ਨੇ। ਜਿਵੇਂ ਆਪਾਂ ਨਹੀਂ ਕਈ ਵਾਰ ਕਹਿ ਦਿੰਦੇ ਬੱਚੇ ਤੇ ਪਿਓ ਦੋਏ ਖੇਡਦੇ ਆ, ਤੇ ਬੱਚੇ ਨੂੰ ਉਹਦਾ ਪਿਓ ਕਦੇ ਕਹਿੰਦਾ ਆਹ ਕਰ ਲੈ, ਕਦੇ ਉਹ ਕਰ ਲੈ, ਉਹ ਚੀਜ਼ ਆਪਣੇ ਕੋਲ ਲੁਕੋ ਲੈਂਦਾ। ਤੇ ਬੱਚੇ ਨੂੰ ਜਦੋਂ ਪਤਾ ਲੱਗਦਾ ਉਹ ਕਹਿੰਦਾ ਵੀ ਪਾਪਾ ਤੇਰੇ ਕੋਲ ਹੀ ਸੀ ਸਾਰਾ ਕੁਝ, ਤੂੰ ਮੈਨੂੰ ਜਾਣ ਕੇ ਖਰਾਬ ਕਰਦਾ ਰਿਹਾ, ਵੀ ਤੂੰ ਮੈਨੂੰ ਹੀ ਭੁਜਾਈ ਗਿਆ, ਵੀ ਤੇਰੇ ਕੋਲ ਹੀ ਸੀ। ਇਸੇ ਤਰ੍ਹਾਂ ਹੀ ਸਾਡੇ ਮੂਲ ਕੋਲ ਹੀ ਗੁਣ ਨੇ। 8 ਗੁਣ ਨੇ ਸਾਰੇ। 8 ਚੋਂ 4 ਨੇ ਜਿਹੜੇ ਗੁਣ ਉਹ ਔਗਣ ਦਾ ਰੂਪ ਧਾਰਨ ਕਰ ਗਏ। ਹੈ ਉਹ ਗੁਣ ਮਿੱਠਾ ਖਾਣਾ ਬਹੁਤ ਚੰਗਾ ਹੈ, ਪਰ ਜਦੋਂ ਸ਼ੂਗਰ ਹੋ ਜਾਂਦੀ ਹੈ ਉਹੀ ਮਿੱਠਾ ਜ਼ਹਿਰ ਬਣ ਜਾਂਦਾ। ਨਿਰਵੈਰ ਇੱਕ ਬਹੁਤ ਵੱਡਾ ਸ੍ਰੇਸ਼ਟ ਗੁਣ ਹੈ।
ਪਰ ਜਦੋਂ ਵੈਰ ਪੈਦਾ ਹੋ ਜਾਵੇ ਉਹ ਨਿਰਵੈਰ ਤੋਂ ਵੈਰ ਹੋ ਜਾਂਦਾ। ਨਿਰਭਉ ਹੋਣਾ ਸਭ ਤੋਂ ਸ੍ਰੇਸ਼ਟ ਗੁਣ ਹੈ, ਤੇ ਜਦੋਂ ਭੈ 'ਚ ਰਹਿਣ ਲੱਗ ਜਾਵੇ ਜਾਂ ਭੈ ਦੇਣ ਲੱਗ ਜਾਵੇ ਉਹ ਔਗਣ ਬਣ ਜਾਂਦਾ ਹੈ। ਅਕਾਲ ਮੂਰਤ ਇੱਕ ਬਹੁਤ ਵੱਡਾ ਗੁਣ ਹੈ, ਪਰ ਜੇ ਉਹੀ ਜੋਤ ਕਾਲ ਦੇ ਵਸ 'ਚ ਪੈ ਜਾਵੇ। ਅਜੂਨੀ ਹੋਣਾ ਸਭ ਤੋਂ ਸ੍ਰੇਸ਼ਟ ਗੁਣ ਹੈ, ਤੇ ਜੇ ਉਹੀ ਜੋਤ ਜੂਨਾਂ 'ਚ ਆ ਜਾਵੇ। ਪਰਮੇਸ਼ਰ ਨਹੀਂ ਆਉਂਦਾ ਜੂਨਾਂ 'ਚ, ਜੋਤ ਆਉਂਦੀ ਹੈ। ਸਾਰੀਆਂ ਜੋਤਾਂ ਦਾ ਜਿਹੜਾ ਸਮੂਹ ਹੈ ਉਹਨੂੰ ਪਰਮੇਸ਼ਰ ਕਹਿੰਦੇ। ਪਰਮੇਸ਼ਰ ਕੋਈ ਇੱਕ ਨਹੀਂ ਹੈ, ਕੱਲਾ ਕੱਲਾ ਸਤਿਗੁਰ ਹੈ, ਕੱਲਾ ਕੱਲਾ ਬ੍ਰਹਮ ਹੈ, ਕੱਲਾ ਕੱਲਾ ਰਾਮ ਹੈ, ਕੱਲਾ ਕੱਲਾ ਸੰਤ ਹੈ। ਪਰ ਜਦੋਂ ਸਾਰੀਆਂ ਜੋਤਾਂ ਇਕੱਠੀਆਂ ਨੇ ਫਿਰ ਸੰਤ ਸਭਾ ਹੈ। ਕੱਲਾ ਕੱਲਾ ਬ੍ਰਹਮ ਹੈ, ਸਾਰੇ ਇਕੱਠੇ ਨੇ ਪਾਰੋ ਬ੍ਰਹਮ ਹੈ। ਕੱਲੀ ਕੱਲੀ ਜੋਤ ਸਤਿਗੁਰ ਹੈ, ਜਦੋਂ ਸਾਰੀਆਂ ਜੋਤਾਂ ਇਕੱਠੀਆਂ ਨੇ ਫਿਰ ਸਤਿਗੁਰੂ ਹੈ। ਕੱਲੀ ਕੱਲੀ ਜੋਤ ਪ੍ਰਭ ਹੈ, ਸਾਰੀਆਂ ਜੋਤਾਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਪ੍ਰਭੂ ਹੈ। ਸਾਡੀ ਪਹੁੰਚ ਸਿਰਫ ਪ੍ਰਭ ਤੱਕ ਹੈ। ਆਤਮਾ ਪ੍ਰਾਤਮਾ ਇੱਕ ਕਰਨੀਆਂ ਸਾਡਾ ਫਰਜ਼ ਹੈ। ਪ੍ਰਾਤਮਾ ਨੇ ਜਾ ਕੇ ਪਰਮਾਤਮ ਬਣਨਾ, ਉਹ ਸੱਚਖੰਡ ਆਣਾ। ਜਦੋਂ ਉਹਨਾਂ ਸ਼ਾਮਲ ਹੋ ਜਾਣਾ ਇਹਨੇ ਹੁੰਦੀ ਸਾਰੀ ਪਰਮਾਤਮ ਬਣ ਜਾਣਾ। ਇਸੇ ਜੋਤ ਨੇ ਤਰੱਕੀ ਕਰਨੀ, ਇਹੀ ਜੋਤ ਦੇ ਵਿੱਚ ਔਗਣ ਨੇ। ਸਾਡੀ ਜਿਹੜੀ ਜੋਤ ਭਵ ਸਾਗਰ ਚ ਆਈ ਹੋਈ ਹੈ ਇਹ ਨਿਰਭਉ ਨਹੀਂ ਹੈ, ਇਹ ਨਿਰਵੈਰ ਨਹੀਂ ਹੈ, ਇਹ ਅਕਾਲ ਮੂਰਤ ਨਹੀਂ ਹੈ, ਇਹ ਅਜੂਨੀ ਨਹੀਂ ਹੈ। ਆਹ ਚਾਰ ਔਗਣ ਨੇ, ਇਹਨਾਂ ਚਾਰਾਂ ਨੂੰ ਗੁਣਾਂ 'ਚ ਤਬਦੀਲ ਕਰਨਾ ਨਿਰਭਉ ਹੋਣਾ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਨਿਰਭਉ ਹੋਏ ਭਜੋ ਭਗਵਾਨ। ਨਿਰਵੈਰ ਹੋਣਾ, ਵੈਰ ਨਹੀਂ ਰੱਖਣਾ। ਵੈਰ ਗੁਰਮੁਖ ਵੈਰ ਵਿਰੋਧ ਗਵਾਵੈ। ਅਕਾਲ ਮੂਰਤ ਬਣਨਾ। ਕਾਲ ਅਕਾਲ ਖਸਮ ਕਾ ਕੀਆ, ਇਹ ਪਰਪੰਚ ਵਧਾਵਨ। ਸਾਨੂੰ ਆਰਡਰ ਆਏ ਹੋਏ ਆ ਸਾਰੇ। ਅਸੀਂ ਅਜੂਨੀ ਹੋਣਾ, ਅਸੀਂ ਜੂਨੀ 'ਚ ਹੈ, ਜੂਨੀ 'ਚੋਂ ਬਾਹਰ ਜਾਣਾ, ਅਜੂਨੀ ਹੋ ਜਾਣਾ। ਸੋ ਇਹ ਗੁਣ ਧਾਰਨ ਕਰਨੇ, ਉਹੀ ਇੱਕ ਵਾਲੇ, ਇਹੀ ਭਗਤੀ ਹੈ। ਤਾਂ ਪਾਤਸ਼ਾਹ ਨੇ ਲਿਖਿਆ ਸਭ ਗੁਣ ਤੇਰੇ ਮੈਂ ਨਾਹੀ ਕੋਏ। ਇਹ ਸਾਡੇ ਮੂਲ ਨੂੰ ਗੱਲ ਆਖੀ ਗਈ ਹੈ ਕਿ ਸਾਰੇ ਗੁਣ ਤੇਰੇ ਕੋਲ ਹੈਗੇ ਆ, ਪਰ ਤੂੰ ਗੁਣ ਪੂਰੇ ਧਾਰ ਨਹੀਂ ਕਰਦਾ। ਬਿਨ ਗੁਣ ਕੀਤੇ ਭਗਤੀ ਨਾ ਹੋਏ। ਜਿੰਨਾ ਚਿਰ ਤੂੰ ਸ੍ਰੇਸ਼ਟ ਗੁਣ ਨਹੀਂ ਧਾਰਨ ਕਰਦਾ ਉਨਾ ਚਿਰ ਭਗਤੀ ਕਿਵੇਂ ਹੋਊਗੀ? ਭੈ ਤੋਂ ਮੁਕਤ ਹੋ ਕੇ ਕਿਵੇਂ ਤੁਰੇਂਗਾ? ਗੁਣਾਂ ਤੋਂ ਬਿਨਾ, ਇੱਕ ਹੋਏ ਤੋਂ ਬਿਨਾ ਤੈਨੂੰ ਸ਼ਬਦ ਗੁਰੂ ਨਹੀਂ ਸੁਣਨਾ। ਜਿੰਨਾ ਚਿਰ ਅਸੀਂ ਇੱਕ ਨਹੀਂ ਨਾ ਹੁੰਦੀ ਸਾਡੀ ਜੋਤ, ਉਨਾ ਚਿਰ ਸੱਚਖੰਡ ਵਾਲੀਆਂ ਜੋਤਾਂ ਇਹਨੂੰ ਸਵੀਕਾਰ ਨਹੀਂ ਕਰਦੀ। ਜਿੰਨਾ ਚਿਰ ਬੱਚਾ ਪਾਸ ਨਹੀਂ ਹੁੰਦਾ ਉਨਾ ਚਿਰ ਇਹਨੂੰ ਦੂਜੀ ਕਲਾਸ ਵਿੱਚ ਐਂਟਰੀ ਨਹੀਂ ਮਿਲਦੀ। ਜਿੰਨਾ ਚਿਰ ਖਾਣਾ ਨਹੀਂ ਖਾਧਾ ਜਾਂਦਾ ਉਨਾ ਚਿਰ ਤ੍ਰਿਪਤੀ ਨਹੀਂ ਹੁੰਦੀ। ਜਿੰਨਾ ਚਿਰ ਜੋਤ ਇੱਕ ਨਹੀਂ ਹੁੰਦੀ ਉਨਾ ਚਿਰ ਇਹਨੂੰ ਸ਼ਬਦ ਗੁਰੂ ਨਹੀਂ ਸੁਣਦਾ, ਤੁਰਕੀ ਬਾਣੀ ਨਹੀਂ ਸੁਣ ਸਕਦਾ। ਇੱਕ ਹੋਏ ਤੋਂ ਬਾਅਦ ਹੀ ਇਹ ਸੁਣ ਸਕਦਾ। ਉਹ ਅਨਹਦ ਬਾਣੀ ਹੈ, ਉਹ ਹੱਦ ਤੋਂ ਰਹਿਤ ਹੈ। ਉਹਨੂੰ ਇਹ ਕੰਨਾਂ ਨਾਲ ਨਹੀਂ ਸੁਣ ਸਕਦੇ ਅਸੀਂ, ਆਹ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਉਹ ਹੁਕਮ। ਇਹਦੇ ਲਈ ਜਿਹੜੀ ਗਿਆਨ ਇੰਦਰੇ, ਇਹਦੇ ਲਈ ਆ ਗੁਰਬਾਣੀ ਹੋਈ ਹੈ। ਜਦੋਂ ਗੁਰਬਾਣੀ ਵਾਲਾ ਕੋਰਸ ਪੂਰਾ ਕਰ ਲੈਂਦਾ, ਗੁਰਬਾਣੀ ਇਹਨੂੰ ਇੱਕ ਬਣਾ ਦਿੰਦੀ ਹੈ। ਗੁਰਬਾਣੀ ਵਾਲਾ ਕੋਰਸ ਜਦੋਂ ਜੋਤ ਕਰਦੀ ਹੈ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ। ਇੱਕ ਹੋਣ ਤੋਂ ਬਾਅਦ ਜਦੋਂ ਉੱਗਦਾ, ਇਹ ਉੱਗਦਾ ਉਹਨਾਂ ਦੇ ਬਾਣੀ ਦੇ ਨਾਲ ਹੈ। ਇਹ ਪਾਸ ਹੋ ਕੇ ਜਦੋਂ ਦੂਜੀ ਕਲਾਸ ਵਿੱਚ ਜਾਂਦਾ, ਇਹ ਉਹ ਟੀਚਰਾਂ ਦੇ ਆਸਰੇ ਤੇ ਜਾਂਦਾ। ਉਹ ਟੀਚਰ ਨੂੰ ਪਾਸ ਕਰਦਾ, ਜੋ ਇਹਨੇ ਲਿਖਿਆ ਸਹੀ ਹੁੰਦਾ ਤਾਂ। ਜੇ ਲਿਖਿਆ ਗਲਤ ਹੋਇਆ ਤਾਂ ਟੀਚਰ ਫੇਲ ਵੀ ਕਰ ਦਿੰਦਾ। ਬਹੁਤ ਬਰੀਕ ਇਹ ਮਸਲਾ ਹੈ, ਕੋਈ ਐਡਾ ਸੌਖਾ ਨਹੀਂ ਹੈ।
ਸੋ ਗੁਣ ਧਾਰਨ ਕਰਨੇ ਉਹੀ ਇੱਕ ਵਾਲੇ, ਇਹ ਭਗਤੀ ਹੈ, ਇਹ ਭਗਤੀ ਪ੍ਰਵਾਨ ਹੈ ਦਰਗਾਹ ਦੇ ਵਿੱਚ, ਕਿਉਂਕਿ ਉੱਥੇ ਸਾਰੇ ਹੀ ਇੱਕੋ ਜਿਹੇ ਨੇ। ਹੁਣ ਸਾਡੇ ਸੰਸਾਰ ਦੇ ਅੰਦਰ ਜਿਹੜੀ ਭਗਤੀ ਹੈ ਉਹ ਵੱਖੋ ਵੱਖਰੀ ਹੈ, ਉਹ ਸ਼ਾਸਤਰਾਂ ਵਾਲੀ ਹੈ। ਜਿਵੇਂ ਕਹਿੰਦੇ ਆ ਜੀ 9 ਪ੍ਰਕਾਰ ਦੀ ਭਗਤੀ ਹੁੰਦੀ ਹੈ। ਹੁਣ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ 9 ਪ੍ਰਕਾਰ ਦੀ ਭਗਤੀ ਨਹੀਂ, ਪਰ ਸਾਡੀ ਸਿੱਖ ਮੱਤ ਵਿੱਚ ਵੀ ਕਹੀ ਜਾਂਦੇ ਵੀ ਜੀ 9 ਪ੍ਰਕਾਰ ਦੀ ਭਗਤੀ ਹੁੰਦੀ। ਸਾਡੀ ਗੁਰਬਾਣੀ ਦੇ ਅੰਦਰ ਸਿਰਫ ਇੱਕ ਤਰ੍ਹਾਂ ਦੀ ਭਗਤੀ ਕਿ ਮਾਇਆ ਤੋਂ ਰਹਿਤ ਹੋਣਾ, ਕਿਉਂਕਿ ਮਾਇਆ ਕਰਕੇ ਹੀ ਭੈ ਹੈ, ਮਾਇਆ ਛੱਡਣੀ ਹੈ, ਭੈ ਮੁਕਤ ਹੋ ਜਾਣਾ। ਪਰ ਜਿਹੜੀ 9 ਪ੍ਰਕਾਰ ਦੀ ਭਗਤੀ ਹੈ ਉਹ ਸੰਸਾਰ 'ਚ ਪ੍ਰਚਲਿਤ ਹੈ। ਉਦੋਂ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ ਵੀ ਜਿਹੜੇ ਸਾਡੇ ਸੰਸਾਰੀ ਧਾਰਮਿਕ ਲੋਕ ਨੇ, ਜਿਹੜੇ ਸਿੱਖ ਮੱਤ ਦੇ ਅੰਦਰ ਵੀ ਨੇ, ਜਿਨ੍ਹਾਂ ਨੂੰ ਸੰਸਾਰੀ ਲੋਕ ਐਡੀ ਭਾਵਨਾ ਨਾਲ ਪੂਜਦੇ, ਐਡੀ ਸ਼ਰਧਾ ਰੱਖਦੇ ਉਹਨਾਂ ਦੇ ਉੱਤੇ, ਉਹ ਵੀ ਇਸੇ ਤਰ੍ਹਾਂ ਦੀ ਭਗਤੀ ਦੀ ਗੱਲ ਕਰਦੇ ਆ। ਵੀ ਫਿਰ ਇਹ ਗੱਲ ਕਿੱਧਰ ਨੂੰ ਜਾਂਦੀ ਹੈ? ਸਾਡੀ ਭਗਤੀ ਵਿੱਚ ਤਾਂ ਇੱਛਾ ਹੈ ਮਾਇਆ ਦੀ, ਭਾਵੇਂ ਅਸੀਂ ਉਹ ਗੁਰਬਾਣੀ ਦੇ ਹੀ ਪਾਠ ਕਿਉਂ ਨਾ ਕਰਦੇ ਹੋਈਏ, ਉਹਦੀ ਸਾਡੀ ਮੰਗ ਹੁੰਦੀ ਹੈ, ਅਰਦਾਸ ਹੁੰਦੀ ਹੈ, ਬੇਨਤੀ ਹੁੰਦੀ ਹੈ, ਤੇ ਹੁੰਦੀ ਤਾਂ ਮਾਇਆ ਦੀ ਹੋਈ ਹੈ। ਕਈ ਵਾਰੀ ਅਸੀਂ ਇਹ ਵੀ ਆਖ ਦਿੰਦੇ ਹਾਂ ਜਾਂ ਸੁਣਿਆ ਵੀ ਹੈ ਕਿ ਜੇ ਰੱਬ ਤੋਂ ਨਾ ਮੰਗੀਏ ਤਾਂ ਫਿਰ ਹੋਰ ਕਿਸ ਤੋਂ ਮੰਗੀਏ। ਪਹਿਲਾਂ ਸੁਣ ਕੇ ਤੇ ਖੁਦ ਆਪ ਕਰਕੇ ਚੰਗੀ ਲੱਗਦੀ ਸੀ, ਇਹ ਗੱਲਾਂ ਪਹਿਲਾਂ ਚੰਗੀਆਂ ਲੱਗਦੀਆਂ ਸੀ ਕਿ ਜੇ ਰੱਬ ਤੋਂ ਨਾ ਮੰਗੀਏ ਹੋਰ ਕਿਤੋਂ ਮੰਗੀਏ। ਤਾਂ ਇੱਥੋਂ ਪਤਾ ਲੱਗਦਾ ਵੀ ਇਹ ਰੱਬ ਕੋਈ ਵੱਖਰਾ ਹੈ। ਫਿਰ ਇਹ ਗੱਲ ਨੂੰ ਦਰਸਾਉਂਦੀ ਹੈ ਵੀ ਇੱਕ ਤੂੰ ਹੈ, ਇੱਕ ਰੱਬ ਕੋਈ ਹੋਰ ਵੀ ਹੈ। ਫਿਰ ਉਹ ਰੱਬ ਕਿੱਥੇ ਹੈ? ਜਦ ਕਿ ਗੁਰਬਾਣੀ ਇਹ ਗੱਲ ਦੀ ਆਗਿਆ ਨਹੀਂ ਦਿੰਦੀ। ਗੁਰਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਵੀ ਤੂੰ ਆਪਣੇ ਆਪ ਨੂੰ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ, ਵੀ ਉਹ ਤਾਂ ਤੇਰੇ ਨਾਲ ਹੀ ਹੈ। ਇਹ ਵੀ ਸ਼ਬਦਾਂ ਕਰਕੇ ਸਾਨੂੰ ਬੁਝਾਰਤ ਪਾਈ ਹੋਈ ਹੈ। ਇਹਨਾਂ ਸ਼ਬਦਾਂ 'ਚੋਂ ਵੀ ਸਾਨੂੰ ਲੱਗਦਾ ਵੀ ਸ਼ਾਇਦ ਕੋਈ ਹੋਰ ਹੈ, ਜਦ ਕਿ ਸਾਡੀ ਜੋਤ ਦੀ ਹੋਈ ਗੱਲ ਹੈ, ਸਾਡੇ ਆਪਣੇ ਮੂਲ ਦੀ ਹੋਈ ਗੱਲ ਹੈ। ਜਦੋਂ ਗੁਰਬਾਣੀ ਨੇ ਕਹਿਤਾ ਆਪ ਸਵਾਰੇ, ਵੀ ਤੂੰ ਆਪਣੇ ਆਪ ਨੂੰ ਸਵਾਰ ਲੈ, ਬਸ ਮੈਂ ਮਿਲੇ। ਜਿਹਨੂੰ ਤੂੰ ਮੰਨਦਾ ਵੀ ਕੋਈ ਰੱਬ ਹੋਰ ਆ, ਤੈਨੂੰ ਮਿਲ ਹੀ ਜਾਊਗਾ। ਜਦੋਂ ਉਹਨੂੰ ਆਪ ਨੂੰ ਹੀ ਪਤਾ ਲੱਗਣਾ ਵੀ ਮੈਂ ਹੀ ਹਾਂ। ਜਿਵੇਂ ਇੱਕ ਬੱਚਾ ਸਕੂਲ 'ਚ ਪੜ੍ਹਦਾ, ਉਹਨੂੰ ਇੱਕ ਆਪ ਪੜ੍ਹਾਈ ਕਰਦਾ, ਉਹ ਵਿਦਿਆਰਥੀ ਹੈ, ਉਹਨੂੰ ਇੱਕ ਟੀਚਰ ਦਿੰਦਾ ਸਾਹਮਣੇ ਵੀ ਇਹ ਟੀਚਰ ਹੈ, ਮੈਂ ਵਿਦਿਆਰਥੀ ਹਾਂ। ਪਰ ਜਦੋਂ ਉਹ ਕੋਰਸ ਪੂਰਾ ਕਰ ਲੈਂਦਾ, ਉਹੀ ਬੱਚਾ, ਕੀ ਉਹ ਟੀਚਰ ਨਹੀਂ ਬਣ ਸਕਦਾ? ਕਿ ਜਾਂ ਬੱਚਾ ਇਹ ਸਾਰੀ ਜ਼ਿੰਦਗੀ ਇਹੀ ਗੱਲ ਕਹੂ ਵੀ ਜੀ ਮੈਂ ਸਾਰਾ ਕੋਰਸ ਕਰ ਲਿਆ ਪਰ ਮੈਂ ਹੁਣ ਟੀਚਰ ਨਹੀਂ ਬਣ ਸਕਦਾ। ਫਿਰ ਉਹਨੇ ਕੋਰਸ ਕਾਹਦੇ ਵਾਸਤੇ ਕੀਤਾ? ਹੇ ਮੇਰੇ ਮਨਾ, ਤੂੰ ਗੁਰਬਾਣੀ ਫਿਰ ਪੜ੍ਹਦਾ ਕਾਹਦੇ ਵਾਸਤੇ ਜੇ ਤੂੰ ਇੱਕ ਹੀ ਨਹੀਂ ਹੋ ਸਕਦਾ? ਅਸੀਂ ਸੰਸਾਰ ਨੂੰ ਸਹੀ ਲੈ ਕੇ ਚੱਲਦੇ ਹਾਂ, ਪਰ ਜਦੋਂ ਅਸੀਂ ਪਰਮਾਰਥ ਚਾਹੁੰਦੇ ਹਾਂ, ਅਸੀਂ ਪਰਮਾਰਥ ਨੂੰ ਵੀ ਸੰਸਾਰ ਦੇ ਹਿਸਾਬ ਨਾਲ ਹੀ ਲੈ ਕੇ ਚੱਲਦੇ ਹਾਂ, ਜਦ ਕਿ ਪਰਮਾਰਥ ਤੇ ਸੰਸਾਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰਬਾਣੀ ਤਾਂ ਇਹ ਕਹਿ ਰਹੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੋ ਇਹ ਗੱਲਾਂ ਹੇ ਮੇਰੇ ਮਨਾ ਮੈਨੂੰ ਵੀ ਪਹਿਲਾਂ ਚੰਗੀਆਂ ਲੱਗਦੀਆਂ ਸੀ, ਪਰ ਜਦੋਂ ਗੁਰਬਾਣੀ ਤੋਂ ਸੋਝੀ ਆਉਣ ਲੱਗੀ, ਗੁਰਬਾਣੀ ਕਹਿੰਦੀ ਵੀ ਇਸ ਤਰ੍ਹਾਂ ਨਹੀਂ ਹੈ। ਜਦੋਂ ਗੁਰਬਾਣੀ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਅਸਲ ਵਿੱਚ ਮੰਗਣਾ ਕੀ ਹੈ, ਕੀ ਨਹੀਂ। ਹੁਣ ਗੁਰਬਾਣੀ ਕਹਿੰਦੀ ਹੈ ਮਾਇਆ ਹੋਈ ਨਾਗਣੀ ਜਗਤ ਰਹੀ ਲਿਪਟਾਏ, ਜੋ ਇਸ ਕੀ ਸੇਵਾ ਕਰੇ ਫਿਰ ਤਿਸੀ ਕੋ ਖਾਏ। ਹੁਣ ਗੁਰਬਾਣੀ ਤੇ ਇਹ ਕਹਿੰਦੀ ਹੈ ਹੇ ਮੇਰੇ ਮਨ, ਹੁਣ ਤੂੰ ਆਪਣੇ ਅੰਦਰ ਭਾਈ ਝਾਤੀ ਮਾਰ ਲੈ। ਇਹ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਨਾ, ਕੋਈ ਹੋਰ ਤਾਂ ਕਹਿ ਨਹੀਂ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਚਨ ਦਰਜ ਹੈ। ਪਰ ਹੇ ਮੇਰੇ ਮਨਾ, ਇਸੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਤੂੰ ਕਹਿੰਦਾ ਵੀ ਮੈਨੂੰ ਆਹ ਦਿਓ। ਇਸੇ ਰੱਬ ਨੇ ਤਾਂ ਤੈਨੂੰ, ਚਲੋ ਜੇ ਤੂੰ ਰੱਬ ਬਾਹਰ ਵੀ ਮੰਨਦਾ, ਇਹੀ ਰੱਬ ਤਾਂ ਤੈਨੂੰ ਕਹਿ ਰਿਹਾ
ਕਿ ਤੂੰ ਇਹ ਚੀਜ਼ ਮੇਰੇ ਕੋਲ ਨਹੀਂ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ, ਪਰ ਤੂੰ ਉਸੇ ਰੱਬ ਦੇ ਕੋਲ ਜਾ ਕੇ ਕਹਿੰਦਾ ਵੀ ਤੂੰ ਮੈਨੂੰ ਇਹ ਦੇ, ਫਿਰ ਮਨਾ ਕਿਵੇਂ ਦਊਗਾ? ਕੁਛ ਤਾਂ ਆਪਣੇ ਅੰਦਰ ਯਾਰ ਝਾਤੀ ਮਾਰ। ਫਿਰ ਇਹੀ ਰੱਬ ਤੈਨੂੰ ਆਖਦਾ, ਗੁਰਬਾਣੀ ਉਹ ਤੈਨੂੰ ਆਖਦੀ ਹੈ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਕਿ ਜੇ ਤੂੰ ਕੁਛ ਹੋਰ ਮੰਗਦਾ ਫਿਰ ਤੇਰੀ ਬੁੱਧੀ ਦੇ ਉੱਪਰ ਦੁੱਖ ਪੈਂਦੇ ਹੀ ਚਲੇ ਜਾਣਗੇ। ਫਿਰ ਕਿਸੇ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਫਿਰ ਮੈਂ ਮੰਗਾਂ ਕੀ? ਕਹਿੰਦੇ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਆ ਮੰਗ, ਇਸ ਚੀਜ਼ ਦੀ ਇੱਛਾ ਰੱਖ ਕੇ ਮੈਨੂੰ ਉਹ ਸੋਝੀ ਕਰਵਾ ਕਿ ਮੈਂ ਹੈ ਕੌਣ। ਪਹਿਲਾਂ ਮੈਨੂੰ ਇਹ ਤਾਂ ਪਤਾ ਲੱਗੇ ਮੈਂ ਕੌਣ ਆ। ਜਦੋਂ ਇਹ ਸੋਝੀ ਆਉਂਦੀ ਆ ਫੇਰ ਪਤਾ ਲੱਗਦਾ, ਜਿਵੇਂ ਪਾਤਸ਼ਾਹ ਨਾਮਦੇਵ ਜੀ ਕਹਿੰਦੇ ਆ, ਸੱਚਖੰਡ ਨੇ ਕਿਹਾ ਤੂੰ ਕੌਣ ਰੇ? ਕਹਿੰਦੇ ਤੈਨੂੰ ਪਤਾ ਤੂੰ ਕੌਣ ਹੈ? ਕਹਿੰਦਾ ਮੈਂ ਜੀ। ਕਹਿੰਦੇ ਹੋ ਜੀ ਹਾਂ, ਤੈਨੂੰ ਹੀ ਪੁੱਛਿਆ ਵੀ ਕੌਣ ਹੈ ਤੂੰ? ਨਾਮਾ। ਕਹਿੰਦਾ ਜੀ ਮੈਂ ਤਾਂ ਨਾਮ ਹੈ, ਮੈਂ ਤਾਂ ਨਾਮ ਲੈਣ ਵਾਸਤੇ ਆਇਆ ਹਾਂ। ਦੇਹ ਨਾਮ ਸੰਤੋਖੀ ਆ, ਉਹ ਭੁੱਖ ਮਿਟਾਉਣ ਵਾਸਤੇ ਆਇਆ ਹੋਇਆ। ਤੂੰ ਕੌਣ ਰੇ? ਵੀ ਤੂੰ ਕੌਣ ਹੈ? ਮੈਂ ਜੀ। ਕਹਿੰਦਾ ਮੈਂ ਜੀ ਮੈਂ ਨਾਮਾ। ਹੋ ਜੀ। ਕਹਿੰਦੇ ਅੱਛਾ ਅੱਛਾ। ਆਲਾ ਤੇ ਨਿਵਾਰਣਾ ਜਮ ਕਾਰਣਾ। ਆ ਲੈ ਕਹਿੰਦੇ ਭਾਈ ਨਾਮ ਲੈ ਲਾ। ਸਾਰਿਆਂ ਨਾਲੋਂ ਸ੍ਰੇਸ਼ਟ ਦਾਤ ਨਾਮ ਜੀ ਦੇਵ ਜੀ ਦੇ ਹਿਰਦੇ 'ਚ ਪ੍ਰਗਟ ਹੋ ਗਈ। ਭਾਵ ਕਿ ਨਾਮਦੇਵ ਜੀ ਨੂੰ ਆਪਣੇ ਆਪ ਦਾ ਹੀ ਪਤਾ ਲੱਗ ਗਿਆ ਕਿ ਮੈਂ ਕੌਣ। ਆਪਣੇ ਆਪ ਨਾਲ ਹੀ ਉਹ ਗੱਲ ਕਰਦੇ ਆ। ਸੰਗਤ ਜ਼ਰੂਰ ਗੁਰਮੁਖਾਂ ਦੀ ਹੁੰਦੀ ਰਹਿੰਦੀ ਹੈ। ਉਸ ਵੇਲੇ ਪਾਤਸ਼ਾਹ ਕਬੀਰ ਸਾਹਿਬ ਜੀ ਸਨ, ਅੱਜ ਸਾਡੇ ਕੋਲ ਗੁਰਬਾਣੀ ਹੈ, ਔਰ ਹੋਰ ਵੀ ਬੇਅੰਤ ਗੁਰਮੁਖ ਹੈਗੇ ਇਸ ਸੰਸਾਰ ਦੇ ਅੰਦਰ ਜਿਨ੍ਹਾਂ ਦੇ ਉੱਪਰ ਮਿਹਰ ਹੈ, ਜਿਹੜੇ ਇੱਕ ਹੋਏ ਹੋਏ ਨੇ ਜਾਂ ਜਿਨ੍ਹਾਂ ਦੇ ਅੰਦਰ ਧੁਰ ਕੀ ਬਾਣੀ ਪ੍ਰਗਟ ਹੈ। ਅੱਜ ਵੀ ਹੈਗੇ ਇਸ ਸੰਸਾਰ 'ਚ, ਇਹ ਨਹੀਂ ਕਿ ਅੱਜ ਵੀ ਹੈ ਨਹੀਂ ਇੱਥੇ। ਧੁਰ ਕੀ ਬਾਣੀ ਵਾਲਾ ਗੁਰਮੁਖ ਰਹਿੰਦਾ ਹੀ ਰਹਿੰਦਾ ਸੰਸਾਰ। ਜਦੋਂ ਪਰਮੇਸ਼ਰ ਹੈ ਤੇ ਪਰਮੇਸ਼ਰ ਦਾ ਭਗਤ ਵੀ ਹੁੰਦਾ ਹੀ ਹੈ। ਪ੍ਰਗਟ ਹੋਣਾ ਨਾ ਹੋਣਾ ਉਹਦੀ ਆਪਣੀ ਇੱਛਾ ਹੈ। ਹਰ ਕਾ ਭਗਤ ਪ੍ਰਗਟ ਨਹਿ ਛਪੈ। ਉਹਨੂੰ ਕੋਈ ਲੁਕੋ ਨਹੀਂ ਸਕਦਾ, ਉਹਦੀ ਆਪਣੀ ਮਰਜ਼ੀ ਦੀ ਗੱਲ ਖੜ ਜਾਂਦੀ ਹੈ। ਪਰ ਉਹ ਪ੍ਰਗਟ ਵੀ ਹੁੰਦਾ ਹੈ। ਇਹ ਵੀ ਨਹੀਂ ਗੱਲ ਕਿ ਉਹ ਗੁਪਤੀ ਚਲਾ ਜਾਂਦਾ, ਉਹ ਪ੍ਰਗਟ ਹੁੰਦਾ। ਪਰ ਪ੍ਰਗਟ ਉਦੋਂ ਹੁੰਦਾ ਜਦੋਂ ਇੱਕ ਹੋ ਕੇ ਉੱਗ ਪੈਂਦਾ। ਜਿੰਨਾ ਚਿਰ ਉਹ ਇੱਕ ਨਹੀਂ ਹੁੰਦਾ ਉਨਾ ਚਿਰ ਪ੍ਰਗਟ ਨਹੀਂ ਹੁੰਦਾ। ਜਦੋਂ ਪਿੱਛੋਂ ਅਥਾਰਟੀ ਆਉਂਦੀ ਹੈ, ਹੁਕਮ ਆਉਂਦਾ ਵੀ ਠੀਕ ਹੈ ਚੱਲ ਹੁਣ, ਫਿਰ ਉਹ ਬੋਲਦਾ। ਉਨਾ ਚਿਰ ਨਹੀਂ ਹੈ। ਸੋ ਪਾਤਸ਼ਾਹ ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ ਉਤਰੈ ਮਨ ਕੀ। ਹੁਣ ਇਸ ਦੇ ਮੰਗਣ ਨਾਲ ਜਿਹੜੀ ਮਾਇਆ ਵਾਲੀ ਗੱਲ ਹੈ, ਜੋ ਅਸੀਂ ਮੰਗਦੇ ਹਾਂ ਤਾਂ ਬਾਰ-ਬਾਰ ਦੁੱਖ ਮਿਲਦਾ। ਦੁੱਖ ਕੀ ਮਿਲਦਾ? ਬਾਰ-ਬਾਰ ਸਰੀਰ ਮਿਲੀ ਜਾਂਦੇ ਆ, ਜਿਹੜਾ ਬਾਹਰਲਾ ਕੱਪੜਾ ਹੈ। ਬਾਕੀ ਜਿੰਨੀ ਮਾਇਆ, ਮਾਇਆ ਦੇ ਸਰੀਰ ਰੂਪੀ ਕੱਪੜੇ ਨੂੰ ਸਾਫ਼ ਠੀਕ ਰੱਖਣ ਦੀ ਲੋੜ ਹੈ। ਜੋ ਵੀ ਸੰਸਾਰ ਸਾਨੂੰ ਮਿਲਦਾ, ਗੁਰਬਾਣੀ ਕਹਿੰਦੀ ਹੈ ਕਿ ਉਹ ਮੈਂ ਪਹਿਲਾਂ ਹੀ ਤੈਨੂੰ ਪਾ ਕੇ ਰੱਖੀ ਹੈ। ਪਰਮੇਸ਼ਰ ਕਹਿੰਦਾ, ਗੁਰਬਾਣੀ 'ਚ ਲਿਖਿਆ ਕਿ ਜੋ ਕੁਛ ਵੀ ਸਾਨੂੰ ਬਾਹਰਲੇ ਸਰੀਰ ਦੀ ਲੋੜ ਹੈ ਉਹ ਸਾਡੇ ਵਾਸਤੇ ਪਹਿਲਾਂ ਹੀ ਇੱਥੇ ਪਈ ਹੈ। ਹਾਂ, ਉਹ ਪ੍ਰਾਪਤ ਸਾਨੂੰ ਕਰਨੀ ਪੈਂਦੀ ਹੈ ਜਾ ਕੇ। ਬਸ ਜਿੰਨਾ ਕੁ ਗੁਜ਼ਾਰਾ ਹੈ, ਉਨੀ ਕੁ ਲੋੜ ਹੈ, ਉਨੀ ਵਰਤ ਲਓ। ਪਾਤਸ਼ਾਹ ਨੇ ਵੀ ਕਿਹਾ ਕਿ ਜਿੰਨੀ ਕੁ ਤੈਨੂੰ ਲੋੜ ਹੈ ਉਨੀ ਵਰਤ, ਮੰਗੀ ਨਾ। ਤੇ ਜਿੰਦਣ ਤੋਂ ਮੰਗਣ ਲੱਗ ਗਿਆ ਤੇਰਾ ਸੁਭਾਅ ਬਣ ਜਾਣਾ। ਮੰਗੇ ਤੇ ਮਿਲਣਾ ਤਾਂ ਨਹੀਂ ਹੈਗਾ, ਪਰ ਤੂੰ ਆਪਣੇ ਸੁਭਾਅ ਦੇ ਵੱਸ ਪੈ ਜਾਣਾ। ਜਿਵੇਂ ਬੰਦੇ ਦਾ ਸੁਭਾਅ ਬਣ ਜਾਵੇ ਗਾਲ ਕੱਢਣ ਦਾ, ਜੇ ਉਹਨੂੰ ਕਹੇ ਤੂੰ ਗਾਲ ਕੱਢੀ ਜਾਣਾ, ਉਹ ਕਹਿੰਦਾ ਮੈਂ ਤਾਂ ਕੱਢੀ ਨਹੀਂ। ਉਹਦਾ ਸੁਭਾਅ ਬਣ ਗਿਆ, ਉਹਨੂੰ ਪਤਾ ਹੀ ਨਹੀਂ ਲੱਗਦਾ। ਇਸੇ ਤਰ੍ਹਾਂ ਜਦੋਂ ਅਸੀਂ ਮਾਇਆ ਦੀ ਇੱਛਾ 'ਚ ਪੈ ਗਏ ਤਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਇੱਛਾ ਮੈਂ ਕੀਤੀ ਹੈ, ਸਾਡਾ ਸੁਭਾਅ ਬਣ ਗਿਆ। ਹੈ ਬਹੁਤ ਔਖੀ ਗੱਲ। ਮੈਂ ਫੇਰ ਬਾਰ-ਬਾਰ ਗੱਲ ਕਹਿੰਦਾ ਵੀ ਐਡੀ ਸੌਖੀ ਗੱਲ ਵੀ ਨਹੀਂ ਹੈਗੀ। ਇਹਦੇ ਲਈ ਬਹੁਤ ਕੁਛ ਕਰਨਾ ਪੈਂਦਾ, ਫੇਰ ਕਿਤੇ ਜਾ ਕੇ ਸੋਝੀ ਆਉਂਦੀ ਹੈ। ਸਾਨੂੰ ਪਹਿਲਾਂ ਤਾਂ ਇਹੀ ਨਹੀਂ ਪਤਾ ਵੀ ਮਾਇਆ ਕੀ ਹੈ। ਜਿਵੇਂ ਹੁਣ ਮੈਂ ਵੀ ਇਹ ਗੱਲਾਂ ਕਹੀ ਜਾਂਦਾ, ਅਗਲੇ ਕਹਿਣਗੇ ਵੀ ਤੂੰ ਵੀ ਤਾਂ ਪੈਸੇ, ਤੈਨੂੰ ਪੈਸਿਆਂ ਦੀ ਲੋੜ ਨਹੀਂ। ਫਿਰ ਵੀ ਤੂੰ ਬੈਠ ਕੇ ਤਾਂ ਕਹੀ ਜਾਂਦਾ ਮਾਇਆ ਨਹੀਂ ਮੰਗਣੀ, ਮਾਇਆ ਨਹੀਂ ਕਰਨੀ, ਮਾਇਆ ਦੀ ਇੱਛਾ ਨਹੀਂ ਕਰਨੀ, ਫਿਰ ਤੁਸੀਂ ਨਹੀਂ ਮੰਗਦੇ ਪੈਸਾ। ਬੜੇ ਲੋਕ ਇਹ ਗੱਲ ਕਰ ਲੈਣਗੇ
ਪਰ ਮੈਂ ਤਾਂ ਚਾਹੁੰਦਾ ਵੀ ਸੱਚੇ ਪਾਤਸ਼ਾਹ ਵੀ ਇਹੋ ਜਿਹੇ ਬੰਦੇ ਮੈਨੂੰ ਮਿਲਾ ਜਿਹੜੇ ਮੇਰੇ ਨਾਲ ਬੈਠ ਕੇ ਵਿਚਾਰ ਕਰਨ। ਫਿਰ ਮੈਂ ਉਹਨਾਂ ਨੂੰ ਅਸਲੀਅਤ ਦੱਸਾਂ ਵੀ ਗੁਰਬਾਣੀ ਭਾਈ ਆਹ ਗੱਲ ਕਹਿੰਦੀ ਹੈ, ਇਹ ਅਸਲ ਵਿੱਚ ਮਾਇਆ, ਜਿਹਨੂੰ ਤੁਸੀਂ ਮਾਇਆ ਕਹਿੰਦੇ ਹੋ, ਇਹ ਮਾਇਆ ਨਹੀਂ ਹੈ। ਅਸਲ ਵਿੱਚ ਮਾਇਆ ਕੀ ਹੈ, ਉਹਦੀ ਸੋਝੀ ਗੁਰਬਾਣੀ ਕਰਵਾਉਂਦੀ ਹੈ, ਉਹ ਤੋਂ ਰੋਕ ਲਾਉਂਦੀ ਹੈ। ਬਾਕੀ ਦਾ ਵਿਵਹਾਰ ਨੇ ਤਾਂ ਤੁਸੀਂ ਕਰਨੇ ਹੀ ਨੇ। ਇਹ ਕਿਹਨੇ ਨਹੀਂ ਕੀਤੇ? ਪਾਤਸ਼ਾਹੀਆਂ ਨੇ ਨਹੀਂ ਕੀਤੇ, ਭਗਤ ਸਾਹਿਬਾਨਾਂ ਨੇ ਨਹੀਂ ਕੀਤੇ। ਹਰ ਇੱਕ ਨੂੰ ਲੋੜ ਹੈ ਜਿੰਨਾ ਚਿਰ ਸਰੀਰ ਹੈ। ਸੋ ਜਿੰਨੀ ਕੁ ਲੋੜ ਹੈ, ਪਾਤਸ਼ਾਹ ਨੇ ਸੰਸਾਰ ਵਿੱਚ ਸਰੀਰ ਰੂਪੀ ਮਾਇਆ ਦਾ ਹੀ ਸਰੀਰ ਹੈ, ਇਹਦੇ ਵਾਸਤੇ ਜਿਹੜੀ ਪਦਾਰਥ ਮਾਇਆ ਦੀ ਲੋੜ ਹੈ ਉਹ ਸਾਰੀ ਉਹਨੇ ਪਾ ਕੇ ਰੱਖੀ ਹੋਈ। ਸੋ ਪਾਤਸ਼ਾਹ ਕਹਿੰਦੇ ਜੋ ਮੰਗ ਹੈ ਸੋ ਭੁੱਖਾ ਰਹਿ, ਕੋਲ ਵਾਲੀ ਵਰਤੇਗਾ ਨਹੀਂ, ਹੋਰ ਮਿਲਣੀ ਨਹੀਂ ਤੇ ਭੁੱਖਾ ਹੀ ਮਰ ਜੂਗਾ। ਕਈ ਵਚਨ ਗੁਰਬਾਣੀ ਵਿੱਚ ਜਿਨ੍ਹਾਂ ਦੇ ਅਰਥ ਬਦਲ ਕੇ ਕੀਤੇ ਗਏ ਤੇ ਉਹ ਗੱਲ ਭਗਤਾਂ ਨਾਲ ਜੋੜ ਦਿੱਤੀ ਕਿ ਦੇਖੋ ਜੀ ਭਗਤਾਂ ਨੇ ਵੀ ਤਾਂ ਮੰਗਿਆ। ਭਗਤ ਕਬੀਰ ਜੀ ਪਾਤਸ਼ਾਹ ਦਾ ਬਚਨ ਹੈ, ਉਹ ਵੀ ਕਹਿੰਦੇ ਆ, ਦੋਏ ਸਿਰ ਮੰਗੋ ਚੂਨਾ, ਪਾਓ ਘੀਓ ਸੰਗ ਲੂਨਾ, ਇਹ ਸ਼ਬਦ 656 ਅੰਗ ਤੇ। ਤੇ ਫਿਰ ਇੱਕ ਸ਼ਬਦ ਸ੍ਰੀ ਪਾਤਸ਼ਾਹ ਭਗਤ ਧੰਨਾ ਜੀ ਦਾ ਵੀ ਹੈ ਕਿ ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਹੁਣ ਇਹਨਾਂ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਮਾਇਆ 'ਚ ਕਰਦੇ, ਜਦ ਕਿ ਸ੍ਰੀ ਕਬੀਰ ਪਾਤਸ਼ਾਹ ਜੀ ਨੇ ਕਿਹਾ ਕਿ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਕਿ ਲੋਕਾਂ ਨੂੰ ਇਹ ਗੀਤ ਹੀ ਲੱਗੂਗਾ, ਪਰ ਮੈਂ ਅਸਲ ਵਿੱਚ ਇਹ ਗੱਲ ਬ੍ਰਹਮ ਦੀ ਕਰਦਾ। ਹੁਣ ਬ੍ਰਹਮ ਦੀ ਗੱਲ ਨੂੰ ਤਾਂ ਉਹੀ ਕਰੂਗਾ, ਉਹੀ ਸਮਝੂਗਾ ਜਿਹਦੇ ਅੰਦਰ ਉਹ ਭੁੱਖ ਹੋਊਗੀ, ਨਹੀਂ ਤਾਂ ਇਹ ਸੰਸਾਰੀ ਰਹਿਣੀ ਓ ਰਹਿਣੀ ਹੈ ਗੱਲ। ਸੋ ਸ੍ਰੀ ਕਬੀਰ ਪਾਤਸ਼ਾਹ ਜੀ ਤੇ ਸ੍ਰੀ ਧੰਨਾ ਜੀ ਪਾਤਸ਼ਾਹ ਇੰਨੇ ਗਰੀਬ ਸੀ ਕਿ ਘਰ ਵਿੱਚ ਆਟਾ ਵੀ ਨਹੀਂ ਸੀ। ਉਹ ਖੱਡੀ ਦਾ ਕੰਮ ਕਰਦੇ ਸੀ, ਕੰਮ ਵਾਲਾ ਤਾਂ ਭੁੱਖਾ ਨਹੀਂ ਰਹਿੰਦਾ। ਆਮ ਲੋਕ ਇਹ ਗੱਲ ਕਹਿੰਦੇ ਕਿ ਕਬੀਰ ਸਾਹਿਬ ਤਾਂ ਬਹੁਤ ਗਰੀਬ ਸੀ ਜੀ, ਉਹ ਖੱਡੀ ਦਾ ਕੰਮ ਕਰਦੇ ਸੀ, ਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਤੇਰੀ ਭਗਤੀ ਕਰਦਾ, ਵੀ ਮੈਨੂੰ ਆ ਵੀ ਤਾਂ ਫਿਰ ਦੇ। ਫਿਰ ਉਹਨਾਂ ਨਾਲ ਬਹੁਤ ਕਥਾ ਕਹਾਣੀਆਂ ਬਣ ਗਈਆਂ। ਪਰ ਅੱਜ ਵੀ ਇਸ ਧਰਤੀ ਤੇ ਤੁਸੀਂ ਦੇਖੋ ਕਿ ਜੇ ਕੋਈ ਨਹੀਂ ਵੀ ਕੰਮ ਕਰਦਾ, ਥੋੜਾ ਕਰਦਾ, ਉਹਨੂੰ ਰੋਟੀ ਪਾਣੀ ਮਿਲਦਾ ਹੀ ਮਿਲਦਾ। ਪਰਮੇਸ਼ਰ ਬਹੁਤ ਬੇਅੰਤ ਪ੍ਰੇਰ ਦਿੰਦਾ, ਕਦੇ ਕਿਸੇ ਨੂੰ ਕਹਿੰਦਾ ਵੀ ਜਾ ਤੂੰ ਦੇ ਆ ਜਾ ਕੇ। ਜਿਹੜਾ ਬੰਦਾ ਖੁਦ ਆਮ ਸੰਸਾਰੀ ਨੇ, ਜਿਹੜਾ ਭਗਤੀ ਵਾਲਾ ਹੈ, ਉਹ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਅੱਗੇ ਨਿਕਲ ਜਾਂਦਾ। ਤੇ ਇਸੇ ਤਰ੍ਹਾਂ ਧੰਨਾ ਜੀ ਨਾਲ ਗੱਲ ਜੁੜ ਗਈ, ਜਦ ਕਿ ਧੰਨਾ ਜੀ ਦੀ ਜੇ ਸੰਸਾਰੀ ਬੈਕਗਰਾਉਂਡ ਦੇਖੋ ਤੇ ਉਹਨਾਂ ਕੋਲ ਤਾਂ ਜ਼ਮੀਨ ਹੀ ਬਹੁਤ ਸੀ, ਉਹ ਤਾਂ ਅਮੀਰ ਘਰਾਣੇ ਚੋਂ ਸੀ, ਫਿਰ ਉਹਨਾਂ ਨੂੰ ਆਟਾ ਮੰਗਣ ਦੀ ਕੀ ਲੋੜ ਪੈਗੀ। ਕਿਉਂਕਿ ਇਹ ਗੱਲਾਂ ਅਸੀਂ ਉਹਨਾਂ ਭਗਤ ਸਾਹਿਬਾਨਾਂ ਨਾਲ ਜੋੜੀਆਂ ਗਈਆਂ, ਪੰਡਤ ਨੇ ਜੋੜੀਆਂ, ਕਿਉਂਕਿ ਉਸ ਵੇਲੇ ਪੰਡਤ ਦਾ ਹੀ ਜ਼ਿਆਦਾ ਪ੍ਰਭਾਵ ਸੀ, ਉਹਦੇ ਕੋਲ ਹੀ ਗੁਰਬਾਣੀ ਸੀ, ਉਹਦੇ ਕੋਲ ਹੀ ਗਿਆਨ ਸੀ, ਉਹਨੇ ਆਪਣਾ ਪ੍ਰਭਾਵ ਉਹਨਾਂ ਲੋਕਾਂ ਤੇ ਪਾਇਆ। ਕਿਉਂਕਿ ਭਗਤ ਸਾਹਿਬਾਨਾਂ ਨੂੰ ਸੰਸਾਰੀ ਤੌਰ ਤੇ ਨੀਵੀਂ ਜਾਤ ਦੇ ਗਿਣਦੇ ਸੀ। ਸੋ ਇਹ ਫਰਕ ਅੱਜ ਸਾਡੇ ਮਨਾਂ 'ਚ ਵੀ ਹੈ। ਮੈਂ ਵੀ ਸੁਣਿਆ, ਇਹ ਨਹੀਂ ਕਿ ਕਈ ਗੱਲਾਂ ਮੈਂ ਵੀ ਸੁਣੀਆਂ ਨੇ ਕਿ ਜੀ ਜਿਹੜੇ ਭਗਤ ਸਾਹਿਬਾਨ ਸੀ, ਉਹਨਾਂ ਨੇ ਤਾਂ ਰੱਬ ਦੇ ਅੱਗੇ ਬੇਨਤੀਆਂ ਕੀਤੀਆਂ ਵੀ ਸਾਨੂੰ ਬਚਾ। ਵੀ ਜਦੋਂ ਨਾਮਦੇਵ ਜੀ ਨੂੰ ਜਾਂ ਕਬੀਰ ਸਾਹਿਬ ਜੀ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੇ ਰੱਬ ਦੇ ਅੱਗੇ ਬੇਨਤੀ ਕੀਤੀ ਵੀ ਰੱਬਾ ਸਾਡੀ ਪੁਕਾਰ ਸੁਣ, ਸਾਡੀ ਰੱਖਿਆ ਕਰ। ਵੀ ਪਾਤਸ਼ਾਹੀਆਂ ਨੇ ਧਰ ਕੇ ਬੇਨਤੀ ਨਹੀਂ ਕੀਤੀਆਂ। ਇਹ ਸਾਡੇ ਮਨਾਂ 'ਚ ਹੈ, ਚਾਹੇ ਅਸੀਂ ਮੰਨੀਏ ਚਾਹੇ ਨਾ ਮੰਨੀਏ। ਅਸੀਂ ਜਿੰਨੀ ਇੱਜ਼ਤ ਜਿੰਨਾ ਸਤਿਕਾਰ ਪਾਤਸ਼ਾਹੀਆਂ ਨੂੰ ਦਿੰਦੇ ਹਾਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਉਨਾ ਅਸੀਂ ਸਤਿਕਾਰ ਇਹਨਾਂ ਭਗਤ ਸਾਹਿਬਾਨਾਂ ਨੂੰ ਨਹੀਂ ਦਿੰਦੇ। ਇਹ ਗੱਲ ਸ਼ਾਇਦ ਕਿਸੇ ਨੂੰ ਤਕਲੀਫ ਦੇਵੇ, ਅਸੀਂ ਨਹੀਂ ਦਿੰਦੇ। ਮੈਂ ਨਹੀਂ ਸੁਣਿਆ ਅੱਜ ਤੱਕ ਕਿਸੇ ਤੋਂ ਵੀ ਜੇ ਕਿਸੇ ਨੇ ਕਿਹਾ ਹੋਵੇ ਵੀ ਸ੍ਰੀ ਕਬੀਰ ਜੀ ਪਾਤਸ਼ਾਹ ਨਿਰੰਕਾਰ,
ਸ੍ਰੀ ਨਾਮਦੇਵ ਜੀ ਨਿਰੰਕਾਰ, ਸ੍ਰੀ ਧੰਨਾ ਜੀ ਨਿਰੰਕਾਰ। ਮੈਂ ਅੱਜ ਤੱਕ ਨਹੀਂ ਸੁਣਿਆ ਸਿੱਖ ਮੱਤ 'ਚ ਕਿਸੇ ਪ੍ਰਚਾਰਕ ਤੋਂ ਵੀ ਉਹ ਕਹਿਣਗੇ ਧੰਨਾ ਜੀ ਦਾ ਸ਼ਬਦ, ਇੰਨਾ ਕੁ ਸਤਿਕਾਰ ਦਿੰਦੇ ਆ। ਰਵਿਦਾਸ ਜੀ ਦੀ ਬਾਣੀ, ਕਬੀਰ ਦੀ ਬਾਣੀ, ਪਰ ਜਦੋਂ ਪਾਤਸ਼ਾਹੀਆਂ ਦਾ ਨਾਂ ਲਾਉਂਦਾ ਇਹਦੇ ਨਾਲ ਫਿਰ ਬਹੁਤ ਵਿਸ਼ਲੇਸ਼ਣ ਲੱਗਦੇ ਆ। ਇਹ ਸਾਡੇ ਸੰਸਾਰੀਆਂ ਦੇ ਕੰਮ ਹੈ, ਪਰ ਜਿਹੜੇ ਗੁਰਮੁਖ ਨੇ ਉਹ ਕਿਸੇ ਨਾਲ ਵਿਸ਼ਲੇਸ਼ਣ ਨਹੀਂ ਲਾਉਂਦੇ। ਜੋ ਸੱਚਾਈ ਹੈ ਉਹ ਉਨੀ ਹੀ ਕਹਿੰਦੇ। ਪੰਜਵੇਂ ਪਾਤਸ਼ਾਹ ਨੇ ਲਿਖਿਆ ਹੈ ਬਾਣੀ ਭਗਤ ਕਬੀਰ ਜੀਓ ਕੀ, ਉਹ ਹੈ ਵਿਸ਼ਲੇਸ਼ਣ, ਕਿਉਂਕਿ ਪੰਜਵੇਂ ਪਾਤਸ਼ਾਹ ਆਪ ਵੀ ਭਗਤ ਹੀ ਹੈ। ਅਸੀਂ ਨਹੀਂ ਮੰਨਦੇ, ਅਸੀਂ ਤਾਂ ਗਲ ਪਾਵਾਂਗੇ, ਪਰ ਗੁਰਬਾਣੀ 'ਚ ਉਹਨਾਂ ਨੇ ਆਪਣੇ ਬਾਰੇ ਸਾਰਾ ਕੁਝ ਲਿਖਿਆ। ਸ਼ੁਰੂਆਤ ਦੀ ਗੁਰਬਾਣੀ ਦੇ ਵਿੱਚ ਹੀ ਲਿਖਿਆ ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਨੂੰ ਹੀ ਵਿਗਾਸ ਹੁੰਦਾ, ਹੋਰ ਕਿਸੇ ਨੂੰ ਵਿਗਾਸ ਨਹੀਂ ਹੋਇਆ। ਕਿਉਂਕਿ ਅਸੀਂ ਕੀ ਹੈ, ਸਾਡੀ ਜਿਹੜੀ ਸੋਚ ਹੈ ਉਹ ਸੰਸਾਰੀ ਹੋਈ ਹੈ। ਅਸੀਂ ਸੰਸਾਰ 'ਚ ਹੀ ਸਾਰਾ ਕੁਝ ਮੰਨਦੇ, ਇਸੇ ਕਰਕੇ ਸਵਾਰਥੀ ਹਾਂ। ਤੇ ਜਿਹੜੇ ਪਰਮਾਰਥੀ ਨੇ ਉਹ ਸੱਚਖੰਡ ਦੇ ਵਾਸੀ ਨੇ। ਸੋ ਅਸੀਂ ਉਹਨਾਂ ਚੀਜ਼ਾਂ ਨਾਲ ਜੁੜ ਗਏ। ਦੂਜੇ ਪਾਸੇ ਅਸੀਂ ਉਹਨਾਂ ਸ਼ਬਦਾਂ ਦੇ ਉਹੀ ਅਰਥ ਕਰ ਲਏ ਵੀ ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਤੇ ਹੁਣ ਇਸ ਸ਼ਬਦ ਦੇ ਅਰਥ ਫਿਰ ਕੀ ਕਰੋਗੇ? ਇਹ ਤਾਂ ਪਾਤਸ਼ਾਹੀਆਂ ਦਾ ਲਿਖਿਆ ਹੈ, ਇਹ ਗੁਰੂ ਨਾਨਕ ਸਾਹਿਬ ਦਾ ਹੀ ਲਿਖਿਆ ਸ਼ਬਦ ਹੈ। ਪਾਤਸ਼ਾਹ ਕਹਿੰਦੇ ਆ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ, ਦੂਧ ਕਰਮ ਸੰਤੋਖ ਘੀਓ ਕਰ ਐਸਾ ਮੰਗੋ ਦਾਨ, ਖੇਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਛੜਾ ਖੀਰ ਪੀਐ, ਸਿਫਤ ਸ਼ਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਬ ਤੁਰੈ। ਹੁਣ ਦੱਸੋ ਇੱਥੇ ਕੀ ਕਰੋਗੇ ਤੁਸੀਂ? ਜਿਹੜੇ ਟੀਕਾਕਾਰ ਨੇ ਉਹਨਾਂ ਨੂੰ ਨਹੀਂ ਇਹ ਸ਼ਬਦ ਦਿਸਿਆ। ਉਹਨਾਂ ਨੇ ਜਦੋਂ ਧੰਨਾ ਪਾਤਸ਼ਾਹ ਜੀ ਦਾ ਸ਼ਬਦ ਆਇਆ ਉਦੋਂ ਦਾ ਕਹਿਦਾ ਵੀ ਧੰਨਾ ਜੀ ਨੇ ਆਹ ਚੀਜ਼ਾਂ ਮੰਗੀਆਂ, ਵੀ ਦਾਲ ਵੀ ਮੰਗੀ, ਘਿਓ ਵੀ ਮੰਗਿਆ, ਲੂਣ ਵੀ ਮੰਗਿਆ, ਘਰ ਵਾਲੀ ਵੀ ਮੰਗੀ, ਘੋੜੀ ਵੀ ਮੰਗੀ। ਉਹ ਭਾਈ ਇੱਥੇ ਦੱਸੋ ਫਿਰ ਆਹ ਗੁਰੂ ਨਾਨਕ ਕਿਹੜੀ ਮੰਗਦਾ? ਆਹ ਜੱਤ ਸੱਤ ਦੇ ਚਾਵਲ ਲਿਆਓ, ਇੱਥੇ ਦੁਨੀਆ 'ਚ ਕਿੱਥੇ ਨੇ ਚੌਲ? ਦਇਆ ਦੀ ਕਣਕ ਦਿਖਾਓ ਕਿੱਥੇ ਹੁੰਦੀ ਹੈ? ਜੋ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਹੀ ਕੁਛ ਭਗਤ ਸਾਹਿਬਾਨਾਂ ਨੇ ਵੀ ਲਿਖਿਆ ਹੈ। ਇੱਕੋ ਹੀ ਗੱਲ ਹੈ, ਸ਼ਬਦਾਂ 'ਚ ਹੇਰ ਫੇਰ ਨੇ, ਪਰ ਸ਼ਬਦਾਂ 'ਚ ਹੀ ਬੁਝਾਰਤ ਆ, ਬੁੱਝਣੀ ਹੈ। ਅਸੀਂ ਉਹ ਬੁਝਾਰਤ ਬੁੱਝਣ ਦੇ ਵਿੱਚ ਨਹੀਂ ਗਏ। ਜੱਤ ਸੱਤ ਤੇ ਚੌਲ ਦਿਖਾ ਦੇਵੇ ਦੁਨੀਆ 'ਚ ਕਿਸੇ ਨੇ ਦੇਖੇ ਹੋਣ ਕਿ ਕਿੱਥੋਂ ਮਿਲਦੇ ਆ, ਦਇਆ ਦੀ ਕਣਕ ਕਿੱਥੇ ਹੈ? ਇਸ ਸ਼ਬਦ 'ਚ ਉਹ ਸਾਰੀ ਵਸਤੂ ਹੈ ਜਿਹੜੀ ਭਗਤ ਸਾਹਿਬਾਨਾਂ ਨੇ ਲਿਖੀ ਹੈ। ਜਿਹੜੀ ਸਾਡੀ ਸੋਚ ਹੈ ਸੰਸਾਰੀ ਧਾਰਮਿਕ ਲੋਕਾਂ ਦੀ, ਇਹ ਨਿਖਿੱਧ ਹੈ, ਕਿਉਂਕਿ ਇਹਦੇ 'ਚ ਫਰਕ ਹੈ। ਗੁਰਮੁਖਾਂ ਦੀ ਸੋਚ ਇੱਕ ਹੁੰਦੀ ਹੈ, ਕਿਉਂਕਿ ਸਾਰੀ ਗੁਰਬਾਣੀ ਤਾਂ ਪਰਮੇਸ਼ਰ ਜੀ ਨੇ ਭੇਜੀ ਹੈ। ਇਹਨਾਂ ਸ਼ਬਦਾਂ ਦਾ ਬ੍ਰਹਮ ਗਿਆਨ ਹੈ, ਆਟਾ ਦਾਲ ਦੀ ਗੱਲ ਨਹੀਂ ਕੀਤੀ ਗਈ। ਇਹਨਾਂ ਗੱਲਾਂ ਦੇ ਵਿੱਚ ਸਾਨੂੰ ਬ੍ਰਹਮ ਦੀ ਸੋਝੀ ਕਰਵਾਈ ਗਈ ਹੈ। ਸੋ ਹੇ ਮੇਰੇ ਮਨਾ ਗੁਣਾਂ ਨੂੰ ਧਾਰਨ ਕਰ, ਫਿਰ ਭਗਤੀ ਦੀ ਸੋਝੀ ਆਵੇਗੀ ਕਿ ਭਗਤੀ ਹੈ ਕੀ, ਨਹੀਂ ਤਾਂ ਫਿਰ ਗੱਲੀ ਕਿਨੇ ਨਾ ਪਾਇਆ। ਇਹ ਤਾਂ ਗੱਲਾਂ ਹੀ ਨੇ, ਇਦੋਂ ਵੱਧ ਕੁਛ ਨਹੀਂ ਹੈ। ਸੋ ਪਾਤਸ਼ਾਹ ਕਹਿੰਦੇ ਬਿਨ ਗੁਣ ਕੀਤੇ ਭਗਤੀ ਨਾ ਹੋਏ। ਜਿੰਨਾ ਚਿਰ ਤੇਰੇ ਅੰਦਰ ਉਹ 8 ਗੁਣ ਨਹੀਂ ਆਉਂਦੇ ਉਨਾ ਚਿਰ ਤੂੰ ਭੈ ਮੁਕਤ ਨਹੀਂ ਹੋ ਸਕਦਾ। ਨਿਰੋਲ ਜਿਹੜਾ ਸੱਚਖੰਡ ਵਾਲਾ ਸੱਚ ਹੈ ਉਹ ਤੂੰ ਬੋਲ ਹੀ ਨਹੀਂ ਸਕਦਾ। ਤੂੰ ਤਾਂ ਸੰਸਾਰ ਵਾਲਾ ਸੱਚ ਬੋਲਣ ਤੋਂ 100 ਵਾਰੀ ਡਰਦਾ ਹੈ, ਤੇ ਨਿਰਾਕਾਰੀ ਸੱਚ ਕਿੱਥੋਂ ਬੋਲ ਦੇਗਾ? ਨਿਰਾਕਾਰੀ ਤਾਂ ਇੱਕ ਸੱਚ ਬੋਲ ਦਵੇਂ ਨਾ ਤੂੰ, ਤੇ ਸਾਰਾ ਸੰਸਾਰ ਤੇਰੇ ਉਲਟ ਹੋ ਜੂ। ਖਾਸ ਕਰਕੇ ਸਿੱਖ ਮੱਤ ਵਾਲੇ ਤਾਂ ਜਦ ਹੀ ਹੋ ਜਾਣਗੇ ਇੱਕ ਨਿਰਾਕਾਰੀ ਸੱਚ ਬੋਲਣ ਨਾਲ। ਪਰ ਜਿੱਦਣ ਪਰਮੇਸ਼ਰ ਨੇ ਅਥਾਰਟੀ ਦੇਤੀ ਵੀ ਇਹ ਸੱਚ ਬੋਲਣਾ, ਤਾਂ ਗੁਰਮੁਖ ਬੋਲ ਵੀ ਦਿੰਦਾ, ਫੇਰ ਨਹੀਂ ਉਹ ਸੰਸਾਰ ਤੋਂ ਡਰਦਾ। ਪਾਤਸ਼ਾਹੀਆਂ ਨੇ ਬੋਲੇ ਹੀ ਹੈ, ਭਗਤ ਸਾਹਿਬਾਨਾਂ ਨੇ ਬੋਲੇ ਹੀ ਹੈ, ਗੁਰਮੁਖ ਬੋਲਦੇ ਹੀ ਨੇ।
ਉਹ ਹੈ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਜੋਧ ਗੁਰ ਦੱਸੇ ਬਾਟ ਮੁਰੀਦਾਂ ਜੋਲੀ। ਸੋ ਇਹ ਪ੍ਰਸੰਗ ਗੁਰ ਕਿਰਪਾ ਦੁਆਰਾ ਅੱਜ ਦੇ ਜੋ ਵਿਚਾਰ ਸੀ ਆਪਾਂ ਨੇ ਕੀਤੀ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਤਾਂ ਕੀਤੀ ਜਾਵੇਗੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।